ਰਾਮ ਕਲੀ ਮਹੱਲਾ ਨੌਵਾਂ। ਪ੍ਰਾਨੀ ਨਾਰਾਇਣ ਸੁਧ ਲੇ, ਛਿਨ ਛਿਨ ਔਦ ਕਟੈ ਨਿਸ ਬਾਸਰ। ਬ੍ਰਿਥਾ ਜਾਤ ਹੈ ਦੇਹ ਰਹਾਉ, ਤਰ ਨਾਪ ਵਿਖਿਆਨ ਸਿਉ ਖੋਇਓ। ਬਾਲਪਨ ਅਗਿਆਨਾ, ਬਿਰਧ ਪਇਓ ਅਜਹੂ ਨਹੀਂ ਸਮਝੈ। ਕੌਣ ਕੁਮਤ ਪੁਰਜਾਨਾ, ਮਾਨਸ ਜਨਮ ਦਿਓ ਜਿਹ ਠਾਕੁਰ। ਸੋ ਤੈ ਕਿਉ ਬਿਸਰਾਇਓ, ਮੁਕਤ ਹੋਤ ਨਰ ਜਾਕੈ ਸਿਮਰੈ। ਨਿਮਖ ਨਾਮ ਤਾਕੋ ਗਾਇਓ, ਮਾਇਆ ਕੋ ਮਦ ਕਹਾਂ ਕਰਤ ਹੈ। ਸੰਗ ਨ ਕਾਹੂ ਜਾਈ, ਨਾਨਕ ਕਹਿਤ ਚੇਤ ਚਿੰਤਾ ਮਨ। ਹੋਏ ਹੈ ਅੰਤ ਸਹਾਈ, ਨਾਨਕ ਕਹਿਤ ਚੇਤ ਚਿੰਤਾ ਮਨ। ਹੋਏ ਹੈ ਅੰਤ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਬੜੇ ਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਰਸ ਕਰਕੇ ਸਤ ਸੰਗਤ ਦਾ ਸੁਭਾਗ ਸਮਾਂ ਬਖਸ਼ਿਆ ਹੈ। ਹੁਣੇ ਆਪ ਜੀ ਨੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਆਓ ਚੱਲ ਰਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨਾ ਕਰੀਏ। ਅੱਜ ਦਾ ਪਾਵਨ ਸ਼ਬਦ ਜੋ ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 902 ਤੇ ਸੁਭਾਇਮਾਨ ਹੈ। ਰਾਮ ਕਲੀ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਕੁੱਲ 3 ਸ਼ਬਦ ਹਨ। ਅੱਜ ਦਾ ਇਹ ਤੀਜਾ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਜੋ ਪਾਵਨ ਉਪਦੇਸ਼ ਸਾਨੂੰ ਆਪਣੇ ਮੁਬਾਰਕ ਬਚਨਾਂ ਦੇ ਰਾਹੀਂ ਦੇ ਰਹੇ ਹਨ, ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਰਸਨਾ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਨੌਵਾਂ। ਰਾਮ ਕਲੀ ਰਾਗ ਦੇ ਅੰਦਰ 9ਵੇਂ ਮਹਿਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ। ਪ੍ਰਾਨੀ ਨਾਰਾਇਣ ਸੁਧ ਲੇ, ਛਿਨ ਛਿਨ ਔਦ ਕਟੈ ਨਿਸ ਬਾਸੁਰ। ਬ੍ਰਿਥਾ ਜਾਤ ਹੈ ਦੇਹ ਰਹਾਉ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਇਹ ਬਚਨ ਨੋਟ ਕੀਤੇ ਹੋਣਗੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਅੰਦਰ ਮੌਤ ਦਾ ਬਹੁਤ ਜ਼ਿਕਰ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਤੇ ਤਰਸ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਅਟਲ ਸਚਾਈ ਤੋਂ ਜਾਣੂ ਕਰਵਾਉਂਦੇ ਹਨ ਕਿ ਇਹ ਇਨਸਾਨ ਅਸਲ ਦੇ ਵਿੱਚ ਤੇਰਾ ਜਿਹੜਾ ਸੰਸਾਰ ਦੇ ਉੱਤੇ ਆਉਣ ਦਾ ਮਕਸਦ ਕੋਈ ਹੋਰ ਹੈ। ਤੂੰ ਆਪਣੇ ਰਸਤੇ ਤੋਂ ਭਟਕ ਚੁੱਕਾ ਹੈ। ਕਿੰਨਾ ਚੰਗਾ ਹੋਵੇ ਤੂੰ ਆਪਣੇ ਪ੍ਰਯੋਜਨ ਨੂੰ ਸਮਝ ਕੇ
ਸਿੱਧੇ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਲਵੇਂ। ਜਦ ਤੱਕ ਤੇਰਾ ਅਖੀਰਲਾ ਸਵਾਸ ਆਵੇ ਨਾ, ਉਸ ਤੋਂ ਪਹਿਲਾਂ ਤੇਰਾ ਪ੍ਰਭੂ ਮਾਲਕ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਏ, ਤੇਰਾ ਬੰਧਨਾਂ ਤੋਂ ਛੁਟਕਾਰਾ ਹੋ ਜਾਏ। ਸਤਿਗੁਰੂ ਜੀ ਸਾਨੂੰ ਵਿਕਾਰਾਂ ਤੋਂ ਬਚਾਉਂਦੇ ਹਨ। ਜਿਹੜੀ ਅਟਲ ਸਚਾਈ ਹੈ ਨਾ ਵੀ ਸਰੀਰ ਨੇ ਇੱਕ ਦਿਨ ਜਨਮ ਲਿਆ ਹੈ, ਇਹ ਪੈਦਾ ਹੋਇਆ ਤੇ ਇੱਕ ਦਿਨ ਇਸ ਨੇ ਦਿਨਸ ਵੀ ਜਾਣਾ ਹੈ। ਸਤਿਗੁਰੂ ਜੀ ਉਹ ਅਟਲ ਸਚਾਈ ਸਾਨੂੰ ਦੱਸਦੇ ਹਨ, ਸਮਝਾਉਂਦੇ ਹਨ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਵੀ ਸਤਿਗੁਰੂ ਜੀ ਆਰੰਭਤਾ ਦੇ ਵਿੱਚ ਹੀ ਰਹਾਉ ਵਾਲੇ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਪ੍ਰਾਨੀ ਨਾਰਾਇਣ ਸੁਧ ਲੇ। ਹੁਣ ਇੱਥੇ ਅੱਜ ਸ਼ਬਦ ਆਇਆ ਹੈ ਨਾਰਾਇਣ। ਜਦੋਂ ਨਾਰਾਇਣ ਸ਼ਬਦ ਆਪਾਂ ਸੁਣਾਂਗੇ ਤੇ ਸਾਡਾ ਧਿਆਨ ਜਾਏਗਾ ਵੀ ਹਿੰਦੂ ਮਤ ਦੇ ਵਿੱਚ ਵੀ ਨਾਰਾਇਣ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਵੱਖ-ਵੱਖ ਪਰਮਾਤਮਾ ਦੇ ਨਾਮਾਂ ਨੂੰ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਇਸਲਾਮ ਧਰਮ ਦੇ ਨਾਲ ਸੰਬੰਧਿਤ ਨਾਮ ਹਨ, ਅੱਲਾ ਹੈ, ਪਰਵਰਦਗਾਰ ਆਉਂਦਾ ਹੈ, ਰਹੀਮ ਜਾਂ ਕਰੀਮ ਸ਼ਬਦ ਆਉਂਦੇ ਹਨ। ਇਸੇ ਤਰ੍ਹਾਂ ਹੀ ਹਿੰਦੂ ਮਤ ਦੇ ਅਨੁਸਾਰ ਰਾਮ ਹੈ, ਕ੍ਰਿਸ਼ਨ ਹੈ, ਜਾਂ ਅੱਜ ਸ਼ਬਦ ਆਇਆ ਨਾਰਾਇਣ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਇਹ ਵਖੇੜਾ ਨਹੀਂ ਖੜਾ ਕੀਤਾ ਵੀ ਇਹ ਕੋਈ ਅਲੱਗ-ਅਲੱਗ ਹਨ, ਕੋਈ ਰਾਮ ਅਲੱਗ ਹੈ ਜਾਂ ਅੱਲਾ ਕੋਈ ਅਲੱਗ ਹੈ, ਵਾਹਿਗੁਰੂ ਅਲੱਗ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਇੱਕ ਸਾਂਝੀ ਵਾਲਤਾ ਦਾ ਪ੍ਰਤੀਕ ਰੱਖਿਆ। ਪਾਤਸ਼ਾਹ ਕਹਿੰਦੇ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀ। ਉਹ ਇੱਕ ਹੀ ਹੈ। ਰਾਮ ਭਾਵ ਕੇ ਰਮਿਆ ਹੋਇਆ, ਗੋਬਿੰਦ ਭਾਵ ਸਭ ਦੀ ਰਖਵਾਲੀ ਕਰਨ ਵਾਲਾ, ਸਭ ਦਾ ਰਾਖਾ, ਗੋਪਾਲ ਸਭ ਦੀ ਪਾਲਣਾ ਕਰਨ ਵਾਲਾ, ਸਭ ਜੀਆਂ ਨੂੰ ਰਿਜ਼ਕ ਦੇਣ ਵਾਲਾ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿੰਨੇ ਨਾਮ ਹਨ, ਕੀਰਤਨ ਨਾਮ ਹਨ, ਉਹਨਾਂ ਦਾ ਕੋਈ ਨਾ ਕੋਈ ਅਰਥ ਹੈ ਤੇ ਉਹ ਆਪਣੇ ਹਰ ਇੱਕ ਨਾਮ ਦੇ ਵਿੱਚ ਪੂਰਿਆ ਹੋਇਆ ਹੈ। ਜੇ ਉਸ ਨੂੰ ਗੋਪਾਲ ਕਹੀਏ ਤਾਂ ਉਹ ਪਾਲਣਾ ਕਰ ਰਿਹਾ ਹੈ ਸਭ ਦੀ, ਗੋਬਿੰਦ ਕਹੀਏ ਤਾਂ ਸਭ ਦਾ ਰਾਖਾ ਹੈ, ਰਾਮ ਕਹੀਏ ਤਾਂ ਸਭ ਦੇ ਅੰਦਰ ਰਮਿਆ ਹੋਇਆ ਹੈ। ਇੱਕ ਮਨੁੱਖ ਹੀ ਹੈ ਜਿਸ ਦਾ ਇੱਕ ਨਾਮ ਹੋਵੇ ਤੇ ਇੱਕ ਨਾਮ ਤੇ ਵੀ ਪੂਰਾ ਨਹੀਂ ਹੁੰਦਾ। ਸਾਡੇ ਨਾਮਾਂ ਦਾ ਵੀ ਕੋਈ ਅਰਥ ਹੁੰਦਾ ਹੈ। ਸੋ ਨਾਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਵੱਖ-ਵੱਖ ਨਾਮਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਗਿਆ ਹੈ। ਅੱਜ ਦੇ ਪਾਵਨ ਸ਼ਬਦ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਰਮਾਤਮਾ ਦੇ ਵਾਸਤੇ ਜੋ ਨਾਮ ਨਾਰਾਇਣ ਵਰਤ ਰਹੇ ਤੇ ਸਾਨੂੰ ਸਮਝਾ ਰਹੇ ਹਨ, ਪ੍ਰਾਨੀ ਨਾਰਾਇਣ ਸੁਧ ਲੇ। ਸੁਧ ਦਾ ਮਤਲਬ ਹੁੰਦਾ ਹੈ ਵੀ ਕਿਸੇ ਨੂੰ ਯਾਦ ਕਰਨਾ, ਚੇਤੇ ਵਿੱਚ ਲਿਆਉਣਾ। ਕਈ ਵਾਰੀ ਆਪਾਂ ਕਹਿੰਦੇ ਨਾ ਵੀ ਜਿਹੜਾ ਇਨਸਾਨ ਕੋਈ ਬੌਰਾ ਹੋ ਜਾਏ, ਕੋਈ ਪਾਗਲ ਹੋ ਜਾਏ, ਆਪਾਂ ਕਹਿੰਦੇ ਵੀ ਇਹ ਤਾਂ ਆਪਣੀ ਸੁਧ ਬੁੱਧੀ ਖੋ ਬੈਠਾ ਹੈ, ਭਾਵ ਇਹ ਆਪਣਾ ਚੇਤਾ ਗਵਾ ਬੈਠਾ ਹੈ, ਇਸ ਨੂੰ ਕੁਝ ਵੀ ਚੇਤਾ ਨਹੀਂ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਇਨਸਾਨ ਆਪਣੇ ਆਪ ਨੂੰ ਭੁੱਲ ਜਾਏ, ਆਪਣੇ ਰਿਸ਼ਤੇਦਾਰੀਆਂ ਨੂੰ, ਆਪਣੇ ਮੂਲ, ਆਪਣੇ ਮਾਂ ਪਿਓ ਨੂੰ ਭੁੱਲ ਜਾਏ ਤੇ ਸੰਸਾਰ ਵਿੱਚ ਉਸ ਨੂੰ ਪਾਗਲ ਕਿਹਾ ਜਾਂਦਾ ਹੈ, ਸੁੱਧ ਗਵਾਚੀ ਵਾਲਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ, ਆਪਣੇ ਮੂਲ ਦੇ ਨਾਲੋਂ ਟੁੱਟ ਜਾਂਦੇ ਹਾਂ, ਸਾਡਾ ਜੀਵਨ ਵੀ ਠੀਕ ਉਸ ਗੌਰੇ ਬੰਦੇ ਦੀ ਤਰ੍ਹਾਂ ਹੋ ਜਾਂਦਾ ਹੈ। ਜਿਸ ਤਰ੍ਹਾਂ ਉਸ ਨੂੰ ਕੁਝ ਸਮਝ ਨਹੀਂ ਨਾ ਆਉਂਦੀ, ਸਮਝ ਸਾਨੂੰ ਵੀ ਜ਼ਿੰਦਗੀ ਵਿੱਚ ਕੁਝ ਨਹੀਂ ਆਉਂਦੀ। ਪਾਤਸ਼ਾਹ ਕਹਿੰਦੇ, ਪ੍ਰਾਨੀ ਨਾਰਾਇਣ ਸੁਧ ਲੇ। ਐ ਮਨੁੱਖ, ਜਿਸ ਪਰਮਾਤਮਾ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਨਾ, ਜਿਸ ਕਾਰਜ ਕਰਕੇ ਭੇਜਿਆ ਹੈ, ਤੂੰ ਉਸ ਨੂੰ ਚੇਤਾ ਕਰ, ਪਰਮਾਤਮਾ ਨੂੰ ਚੇਤਾ ਕਰ, ਆਪਣੇ ਪ੍ਰਯੋਜਨ ਨੂੰ ਚੇਤਾ ਕਰ ਕਿ ਮੈਂ ਕਿਸ ਵਾਸਤੇ ਆਇਆ ਹਾਂ, ਮੈਨੂੰ ਮਨੁੱਖਾ ਦੇ ਹੀ ਕਿਸ ਵਾਸਤੇ ਮਿਲੀ ਹੈ। ਹੁਣੇ ਆਪ ਜੀ ਨੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡਾ ਪ੍ਰਯੋਜਨ ਸਾਨੂੰ ਸਮਝਾਇਆ ਵੀ ਮਨੁੱਖਾ ਦੇ ਹੀ ਕਿਉਂ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਤੈਨੂੰ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ। ਕਿਸ ਵਾਸਤੇ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਨਾਲ ਹੀ ਪਾਤਸ਼ਾਹ ਕਹਿੰਦੇ, ਸਰੰਜਾਮ ਲਾਗ ਭਵ ਜਲ ਤਰਨ ਕੈ।
ਤੂੰ ਜਿੱਥੇ ਇੰਨੇ ਆਰ ਕਰਦਾ ਹੈ ਨਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਆਪਣਾ ਕਾਰੋਬਾਰ, ਆਪਣੀਆਂ ਵੱਖੋ ਵੱਖ ਡਿਊਟੀਆਂ, ਵੱਖੋ ਵੱਖ ਫਰਜ਼ ਨਿਭਾਉਂਦਾ ਹੈ, ਜਿੱਥੇ ਇੰਨੇ ਆਰ ਇੰਨੇ ਉਦਮ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਕਿਤੇ ਆ ਵੀ ਉਦਮ ਕਰ ਦਿਆ ਕਰ। ਸਰੰਜਾਮ ਲਾਗ ਭਵ ਜਲ ਤਰਨ ਕੈ, ਤੂੰ ਤਾਂ ਅਵੇਸਲਾ ਹੋ ਕੇ ਬੈਠਾ ਹੈ ਵੀ ਕੋਈ ਗੱਲ ਨਹੀਂ, ਹਾਲੇ ਤਾਂ ਉਮਰ ਬਹੁਤ ਪਈ ਹੈ। ਬੱਚਾ ਆਖੇਗਾ ਹਾਲੇ ਮੈਂ ਜਵਾਨ ਹੋਣਾ, ਫਿਰ ਬੁਢੇਪਾ ਆਏਗਾ। ਜਵਾਨ ਕਹਿੰਦਾ ਹਾਲੇ ਮੇਰੀ ਉਮਰ ਬਹੁਤ ਪਈ ਹੈ, ਹਾਲੇ ਬੁਢੇਪਾ ਆਏਗਾ, ਬਜ਼ੁਰਗੀ ਆਏਗੀ। ਸਤਿਗੁਰੂ ਜੀ ਕਹਿੰਦੇ ਇਹ ਤੈਨੂੰ ਕਿਸ ਨੇ ਕਹਿ ਦਿੱਤਾ? ਪਾਤਸ਼ਾਹ ਕਹਿੰਦੇ ਸਰੰਜਾਮ, ਸਰੰਜਾਮ ਦਾ ਮਤਲਬ ਹੁੰਦਾ ਹੈ ਛੇਤੀ ਨਾਲ ਤੂੰ ਆਪਣਾ ਕੰਮ ਕਰ, ਆਪਣੇ ਕਾਰਜ ਤੋਂ ਸੁਚੇਤ ਹੋ। ਸਰੰਜਾਮ ਲਾਗ, ਕਿਸ ਆਹ ਦੇ ਵਿੱਚ ਲੱਗਣਾ ਹੈ? ਭਵ ਜਲ ਤਰਨ ਕੈ, ਕਿ ਸੰਸਾਰ ਸਾਗਰ ਨੂੰ ਇਹ ਬੰਧਨਾਂ ਤੋਂ ਖਲਾਸੀ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ, ਵਿਕਾਰਾਂ ਤੋਂ ਕਿਸ ਤਰ੍ਹਾਂ ਮੇਰਾ ਛੁਟਕਾਰਾ ਹੋਵੇ, ਜਿਸ ਦੇ ਨਾਲ ਵਿਛੜਿਆ ਹਾਂ ਉਸ ਦੇ ਨਾਲ ਮੈਂ ਕਿਸ ਤਰ੍ਹਾਂ ਮਿਲਾਂ। ਇਹ ਕੋਈ ਆਮਰ ਦੀ ਕਾਰਨਾ ਜਿੱਥੇ ਤੂੰ ਦੁਨੀਆ ਦੇ ਇੰਨੇ ਕੰਮ ਕਰਦਾ ਹੈ। ਰਾਤ ਜੇ ਸੋਵੈ ਦਿਨ ਕਰੈ ਕਾਮ, ਇੱਕ ਛਿਨ ਲੈਨ ਹਰ ਕੋ ਨਾਮ। ਰਾਤੀ ਸੋ ਕੇ ਗੁਜ਼ਾਰ ਦਿੰਦਾ ਹੈ, ਦਿਨ ਕੰਮਾਂ ਕਾਰਾਂ ਵਿੱਚ ਗੁਜ਼ਾਰ ਦਿੰਦਾ ਹੈ, ਇੱਕ ਛਿਨ ਮਾਤਰ ਸਮਾਂ ਵੀ ਰੱਬ ਨੂੰ ਚੇਤੇ ਨਹੀਂ ਕਰਦਾ। ਪਾਤਸ਼ਾਹ ਕਹਿੰਦੇ ਉਸ ਨੂੰ ਚੇਤੇ ਕਰ, ਪ੍ਰਾਨੀ ਨਾਰਾਇਣ ਸੁਧ ਲੈ। ਤੇ ਨਾਲ ਹੀ ਸਤਿਗੁਰੂ ਜੀ ਨੇ ਫਿਰ ਸਮਝਾਇਆ ਕਿ ਮਤ ਤੂੰ ਸਮਝੇ ਕਿ ਤੂੰ ਸਦਾ ਵਾਸਤੇ ਸੰਸਾਰ ਤੇ ਬੈਠਾ ਰਹਿਣਾ। ਪਾਤਸ਼ਾਹ ਕਹਿੰਦੇ ਛਿਨ ਛਿਨ ਔਦ ਕਟੈ ਨਿਸ ਬਾਸੁਰ, ਬ੍ਰਿਥਾ ਜਾਤ ਹੈ ਦੇਹ। ਦੇਖ ਤੇਰੀ ਜ਼ਿੰਦਗੀ ਦੇ ਦਿਨ ਜਿਹੜੇ ਬੀਤ ਗਏ ਨਾ, ਆਪਾਂ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਪੁੱਛੀਏ, ਕਿਸੇ ਇਨਸਾਨ ਨੂੰ ਪੁੱਛੀਏ ਕਿ ਤੇਰੀ ਕਿੰਨੀ ਉਮਰ ਹੋ ਗਈ ਹੈ, ਅਗਲਾ ਆਪਾਂ ਨੂੰ ਕੋਈ ਆਖੇਗਾ 20 ਸਾਲ, ਕੋਈ 30, ਕੋਈ 40। ਇੱਕ ਗੱਲ ਚੇਤੇ ਵਿੱਚ ਰੱਖੀਏ, ਜਿੰਨੀ ਸਾਡੀ ਉਮਰ ਹੈ, ਆਪ ਜੀ ਜਿੰਨੇ ਵੀ ਬੈਠੇ ਹੋ, ਅਸੀਂ ਵੀ ਬੈਠੇ ਹਾਂ, ਜਿੰਨੀ ਸਾਡੀ ਉਮਰ ਹੁਣ ਹੈ, ਆਪਾਂ ਕਹਿ ਦਈਏ ਸਾਡੀ ਮੇਰੀ ਉਮਰ ਜੀ 40 ਸਾਲ, ਤੇ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ 40 ਸਾਲ ਜਿਹੜੀ ਮੇਰੀ ਉਮਰ ਹੋ ਗਈ ਨਾ, ਮੈਂ ਦੱਸ ਰਿਹਾ ਹਾਂ, ਉਹ 40 ਸਾਲ ਮੇਰੀ ਜ਼ਿੰਦਗੀ ਦੇ ਵਿੱਚੋਂ ਲੈਸ ਹੋ ਚੁੱਕੇ ਹਨ, ਕੱਟ ਚੁੱਕੇ ਹਨ, ਲੰਘ ਚੁੱਕੇ ਹਨ। ਉਹ 40 ਸਾਲਾਂ ਦੇ ਵਿੱਚ ਪਲ ਵੀ ਬਹੁਤ ਆਏ, ਪਹਿਰ ਵੀ ਬਹੁਤ ਆਏ, ਵਿਸ਼ੇ ਵੀ ਬਹੁਤ ਆਏ, ਚਸੇ ਵੀ ਬਹੁਤ ਆਏ, ਦਿਨ ਵੀ ਆਏ, ਰਾਤ ਵੀ ਆਈ, ਮਹੀਨੇ, ਸਾਲ, ਹਫ਼ਤੇ ਸਭ ਕੁਝ ਆਇਆ ਪਰ ਚਲੇ ਗਿਆ। ਤੇ ਕੀ ਹੁਣ ਸਾਡੇ ਕੋਲ ਇੰਨੀ ਪਾਵਰ ਹੈ ਵੀ ਜਿਹੜਾ ਸਮਾਂ ਲੰਘ ਗਿਆ ਉਸ ਨੂੰ ਦੁਬਾਰਾ ਲੈ ਲਈਏ? ਉਹ ਸਾਡੇ ਕੋਲ ਪਾਵਰ ਨਹੀਂ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਇੱਕ ਨਦੀ ਦੇ ਵਿੱਚੋਂ ਇੱਕ ਦਰਿਆ ਚੱਲ ਰਿਹਾ ਹੈ, ਨਦੀ ਚੱਲ ਰਹੀ ਹੈ, ਉਸ ਨਦੀ ਦੇ ਵਿੱਚੋਂ ਜਿਹੜਾ ਪਾਣੀ ਇੱਕ ਵਾਰੀ ਵਹਿ ਕੇ ਲੰਘ ਗਿਆ ਨਾ, ਅੱਗੇ ਉਹ ਦੁਬਾਰਾ ਕਦੇ ਨਦੀ ਵਿੱਚ ਨਹੀਂ ਆਉਂਦਾ। ਇਸੇ ਤਰ੍ਹਾਂ ਪਿਆਰਿਆ, ਜਿਹੜੇ ਸਵਾਸ ਤੇਰੇ ਸਰੀਰ ਦੇ ਅੰਦਰੋਂ ਨਿਕਲ ਚੁੱਕੇ ਹਨ, ਉਹ ਦੁਬਾਰਾ ਤੈਨੂੰ ਜੀਵਨ ਦੇ ਵਿੱਚ ਕਦੇ ਮਿਲਣੇ ਨਹੀਂ। ਜਿਹੜੇ ਦਿਨ ਤੇਰੇ, ਜਿਹੜੀਆਂ ਰਾਤਾਂ ਤੇਰੀਆਂ, ਜਿਹੜੇ ਸਮਾਂ, ਜਿੰਨਾ ਵੀ ਸਮਾਂ ਤੇਰੀ ਜ਼ਿੰਦਗੀ ਦਾ ਬੀਤ ਚੁੱਕਾ ਹੈ, ਉਹ ਤੈਨੂੰ ਦੁਬਾਰਾ ਨਹੀਂ ਮਿਲਣਾ। ਪਿੱਛੇ ਜਿੰਨਾ ਬੀਤ ਚੁੱਕਾ ਉਸ ਦੀ ਗਿਣਤੀ ਤੂੰ ਕਰ ਲਏਗਾ ਵੀ ਇੰਨਾ ਸਮਾਂ ਮੇਰਾ ਬੀਤ ਗਿਆ। ਪਰ ਇੱਕ ਗੱਲ ਚੇਤਾ ਰੱਖੀ, ਆਉਣ ਵਾਲੇ ਸਮੇਂ ਬਾਰੇ ਤੂੰ ਨਹੀਂ ਦੱਸ ਸਕਦਾ ਵੀ ਮੇਰਾ ਇੰਨਾ ਸਮਾਂ ਰਹਿੰਦਾ ਹੈ। ਬਸ ਇਹ ਗੱਲ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ। ਜੋ ਸਮਾਂ ਬੀਤ ਗਿਆ ਸੋ ਬੀਤ ਗਿਆ, ਉਹਦਾ ਤਾਂ ਤੈਨੂੰ ਪਤਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਤੈਨੂੰ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਵਿੱਚ ਕਿੰਨੇ ਕੁ ਸਵਾਸ ਹਨ, ਕਿੰਨੇ ਕੁ ਦਿਨ ਮੈਂ ਜਿਉਣਾ ਹੈ ਜਾਂ ਕਿੰਨੇ ਸਾਲ ਮੈਂ ਜਿਉਣਾ ਹੈ। ਇਹ ਨਹੀਂ ਤੂੰ ਕਹਿ ਸਕਦਾ, ਇਹ ਨਹੀਂ ਦੱਸ ਸਕਦਾ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਵੇਖ ਇਨਸਾਨ, ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਏ ਤੇ ਚਲੇ ਗਏ, ਪਹਿਰ ਆਏ ਚਲੇ ਗਏ, ਘੜੀਆਂ ਆਈਆਂ ਚਲੀਆਂ ਗਈਆਂ, ਪਰ ਜਿਹੜੀਆਂ ਘੜੀਆਂ, ਜਿਹੜੇ ਪਹਿਰ, ਜਿਹੜੇ ਦਿਨ ਲੰਘ ਚੁੱਕੇ ਹਨ, ਉਹ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਆਉਣੇ। ਹੁਣ ਤਾਂ ਤੇਰਾ ਸਮਾਂ ਅੱਗੇ ਵਾਲਾ ਨੇੜੇ ਆ ਰਿਹਾ ਹੈ। ਜਿਸ ਦਿਨ ਤੂੰ ਸੰਸਾਰ ਨੂੰ ਛੱਡ ਕੇ ਤੇ ਅਗਾਂਹ ਦੇ ਚਾਲੇ ਪਾਉਣੇ, ਤੇਰੀ ਅਗਾਂਹ ਦੀ ਯਾਤਰਾ ਸ਼ੁਰੂ ਹੋਣੀ ਹੈ, ਉਹ ਸਮਾਂ ਨੇੜੇ ਆ ਰਿਹਾ ਹੈ। ਤੇ ਜਿਨ੍ਹਾਂ ਦਾ ਤੂੰ ਹੁਣ ਇੰਨਾ ਮਾਣ ਕਰਦਾ ਹੈ ਨਾ, ਭਾਵੇਂ ਤੇਰੇ ਰਿਸ਼ਤੇਦਾਰ, ਭਾਵੇਂ ਮਾਂ ਪਿਓ, ਭਾਵੇਂ ਭੈਣ ਭਰਾ, ਭਾਵੇਂ ਜੋ ਵੀ ਹਨ, ਜਿਨ੍ਹਾਂ ਦੀ ਖਾਤਰ ਤੂੰ ਇੰਨਾ ਸਮਾਂ
ਜਿਨ੍ਹਾਂ ਦੀ ਖਾਤਰ ਤੂੰ ਇੰਨੇ ਪਾਪ ਕਮਾਏ, ਇੰਨੇ ਵਿਕਾਰ ਭੋਗੇ। ਪਾਤਸ਼ਾਹ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਇੱਕ ਵੀ ਰਿਸ਼ਤਾ ਐਸਾ ਨਹੀਂ ਹੋਏਗਾ ਵੀ ਜਿਹੜਾ ਤੈਨੂੰ ਮੌਤ ਦੇ ਚੰਗੁਲ ਚੋਂ ਬਚਾ ਸਕੇ। ਕੋਈ ਨਹੀਂ ਤੈਨੂੰ ਬਚਾ ਸਕੇ। ਪਾਵਨ ਸ਼ਬਦ ਹੈ ਕਹਿੰਦੇ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ। ਕਬੀਰ ਸਾਹਿਬ ਜੀ ਕਹਿੰਦੇ, ਜਿਸ ਤਰ੍ਹਾਂ ਹਰਨ ਦੇ ਪਿੱਛੇ ਸ਼ਿਕਾਰੀ ਲੱਗਾ ਹੁੰਦਾ ਹੈ ਨਾ, ਉਸ ਨੂੰ ਮਾਰਨ ਵਾਸਤੇ ਮੌਤ ਸ਼ਿਕਾਰੀ ਤੇਰੇ ਸਿਰ ਤੇ ਖੜੀ ਹੈ। ਕੋਈ ਪਤਾ ਨਹੀਂ ਉਸਨੇ ਕਦੋਂ ਆਪਣਾ ਹਥਿਆਰ ਵਰਤਣਾ ਹੈ ਤੇ ਤੇਰੇ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਲੈਣਾ ਹੈ, ਇਹ ਕੋਈ ਪਤਾ ਨਹੀਂ। ਉਹ ਕਹਿੰਦੇ, ਤੂੰ ਕੋਈ ਯਤਨ ਕੀਤਾ ਹੈ ਦੁਨੀਆ ਵਿੱਚ ਤਾਂ ਤੇਰਾ ਦੁਸ਼ਮਣ ਹੋਵੇ, ਤੇਰਾ ਕੋਈ ਵਿਰੋਧੀ ਹੋਵੇ, ਉਸ ਤੋਂ ਬਚਣ ਦੇ ਤਾਂ ਬਹੁਤ ਹੀਲੇ ਕਰਦਾ ਹੈ। ਕੀ ਤੂੰ ਇਹ ਵੀ ਕੋਈ ਯਤਨ ਕੀਤਾ ਹੈ ਵੀ ਸੰਸਾਰ ਸਾਗਰ ਨੂੰ ਕਿਸ ਤਰ੍ਹਾਂ ਕਰਨਾ ਹੈ, ਉਸ ਕਾਲ ਅਹੇਰੀ, ਉਸ ਸ਼ਿਕਾਰੀ ਤੋਂ ਕਿਸ ਤਰ੍ਹਾਂ ਬਚਾ ਕਰਨਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ। ਫਿਰ ਕਹਿੰਦੇ, ਸੋ ਦਿਨ ਆਵਣ ਲਾਗਾ। ਐ ਪਿਆਰਿਆ, ਉਹ ਦਿਨ ਤੇਰਾ ਨੇੜੇ ਆ ਰਿਹਾ ਹੈ। ਕਿਹੜਾ ਦਿਨ? ਕਹਿੰਦੇ, ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾਕਾ। ਜਿਨ੍ਹਾਂ ਨੂੰ ਤੂੰ ਕਹਿੰਦਾ ਨਾ, ਮੇਰੇ ਮਾਂ, ਮੇਰਾ ਪਿਤਾ, ਮੇਰੇ ਭੈਣ, ਮੇਰੇ ਭਰਾ, ਮੇਰੇ ਮਿੱਤਰ, ਮੇਰੇ ਦੋਸਤ, ਮੇਰੇ ਰਿਸ਼ਤੇਦਾਰ, ਕਬੀਰ ਸਾਹਿਬ ਜੀ ਕਹਿੰਦੇ, ਉਹ ਦਿਨ ਤੇਰਾ ਨੇੜੇ ਆ ਰਿਹਾ ਹੈ ਜਿਸ ਦਿਨ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਪਈ ਨਾ, ਜਿਸ ਦਿਨ ਸਰੀਰ ਦੇ ਵਿੱਚੋਂ ਤੇਰੀ ਜਿੰਦ ਨੂੰ ਕੱਢਿਆ ਤੇ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੋਣੀ ਵੀ ਤੈਨੂੰ ਬਚਾ ਸਕੇ, ਤੈਨੂੰ ਰੱਖ ਸਕੇ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਬਨਤਾ ਸੁਤ ਬੰਧਕ ਕਹੋ ਕਉ ਹੈ ਕਾਕਾ। ਕੌਣ ਹੈ ਕਿਸੇ ਦਾ? ਕਬੀਰ ਸਾਹਿਬ ਜੀ ਕਹਿੰਦੇ, ਇਸ ਵਾਸਤੇ ਤੂੰ ਜਾਗ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ। ਪਾਤਸ਼ਾਹ ਕਹਿੰਦੇ, ਆਉਦ ਘਟੈ ਦਿਨ ਸਰੈਣਾ ਰੇ। ਇਨਸਾਨ ਤੇਰੀ ਉਮਰ ਘਟਦੀ ਜਾ ਰਹੀ ਹੈ। ਅੱਜ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਕਹਿੰਦੇ ਨਾ, ਛਿਨ ਛਿਨ ਆਉਦ ਘਟੈ ਨਿਸ ਬਸ। ਛਿਨ ਛਿਨ ਕਰਕੇ, ਥੋੜੀ ਥੋੜੀ ਕਰਕੇ ਤੇਰੀ ਉਮਰ ਘਟਦੀ ਜਾ ਰਹੀ, ਦਿਨ ਤੇ ਰਾਤ ਬੀਤਦੇ ਜਾ ਰਹੇ। ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰਿਓ। ਤੂੰ ਪਿਆਰਿਆ ਗੁਰੂ ਨੂੰ ਮਿਲ। ਤੇਰਾ ਅਸਲ ਜਿਹੜਾ ਕਾਰਜ ਹੈ ਨਾ ਸੰਸਾਰ ਤੇ ਆਉਣ ਦਾ, ਉਹ ਤੇਰਾ ਤੂੰ ਸਵਾਰ ਦਵੇਂ। ਬਗੈਰ ਗੁਰੂ ਨੂੰ ਮਿਲੇ ਤੂੰ ਆਪਣਾ ਇਹ ਕਾਰਜ ਸੰਪੂਰਨ ਨਹੀਂ ਕਰ ਸਕਦਾ। ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਕਾਰਜ ਸਫਲ। ਅੱਜ ਪਾਤਸ਼ਾਹ ਕਹਿੰਦੇ, ਜੇ ਤੂੰ ਇਹ ਕੰਮ ਨਾ ਕੀਤਾ, ਜੇ ਗੁਰੂ ਦੇ ਆਖੇ ਨਾ ਲੱਗਿਆ, ਫਿਰ ਬ੍ਰਿਥਾ ਜਾਤ ਹੈ ਦੇਹ। ਤੇਰਾ ਸਰੀਰ ਤੈਨੂੰ ਮਿਲਿਆ ਜ਼ਰੂਰ, ਪਰ ਬਗੈਰ ਬੰਦਗੀ ਤੋਂ, ਬਗੈਰ ਭਲੇ ਕਰਮਾਂ ਤੋਂ, ਬਗੈਰ ਗੁਰੂ ਦੇ ਆਖੇ ਲੱਗਿਆ ਇਹ ਵਿਅਰਥ ਹੀ ਚਲਿਆ ਜਾਏਗਾ। ਫਿਰ ਮਿਲਿਆ ਨਾ ਮਿਲਿਆ ਇੱਕ ਬਰਾਬਰ ਹੈ। ਵਿਅਰਥ ਕਿਹਾ ਜਾਂਦਾ ਹੈ। ਸੰਸਾਰ ਵਿੱਚ ਆਪਾਂ ਦੇਖਦੇ ਹਾਂ, ਜੋ ਵੀ ਸਾਜੋ ਸਮਾਨ ਤਿਆਰ ਹੁੰਦਾ ਹੈ ਨਾ, ਉਸ ਦਾ ਕੋਈ ਨਾ ਕੋਈ ਮਨੋਰਥ ਹੁੰਦਾ ਹੈ ਵੀ ਇਸ ਚੀਜ਼ ਦੇ ਵਿੱਚ ਆਹ ਗੁਣ ਹਨ ਤੇ ਇਹ ਚੀਜ਼ ਨੇ ਕੰਮ ਦੇਣਾ ਹੈ। ਤੇ ਜੇ ਕਿਤੇ ਉਹ ਜਿਹੜਾ ਸਾਜੋ ਸਮਾਨ ਤਿਆਰ ਕੀਤਾ ਹੋਵੇ, ਉਹ ਪੂਰੇ ਗੁਣ ਉਸ ਦੇ ਵਿੱਚ ਨਾ ਹੋਣ, ਜੇ ਕੋਈ ਪੂਰਨ ਤੌਰ ਤੇ ਕੋਈ ਕੰਮ ਨਾ ਦੇ ਸਕੇ, ਆਪਾਂ ਕਹਿੰਦੇ ਨਹੀਂ ਇਹ ਚੀਜ਼ ਵਿਅਰਥ ਹੋ ਗਈ, ਇਹ ਕਿਸੇ ਕੰਮ ਦੀ ਨਹੀਂ। ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ 12 ਮਾਹ ਦੇ ਆਰੰਭ ਦੇ ਵਿੱਚ। ਪਾਤਸ਼ਾਹ ਕਹਿੰਦੇ, ਜਿਸ ਤਰ੍ਹਾਂ ਗਊ ਹੈ ਨਾ, ਗਾਂ ਹੈ, ਗਾਂ ਦੀ ਕੀਮਤ ਤਾਂ ਹੁੰਦੀ ਹੈ ਜੇ ਗਾਂ ਦੁੱਧ ਦੇਵੇ। ਆਪ ਕਈ ਜ਼ਿਮੀਂਦਾਰ ਬੈਠੇ ਹੋਵੋਗੇ, ਇੱਥੇ ਤਾਂ ਨਹੀਂ, ਇੰਡੀਆ ਦੇ ਵਿੱਚ ਆਪਣੇ ਕਈ ਡੈਰੀਆਂ ਦਾ ਕੰਮ ਕਰਦੇ ਹਨ, ਪਸ਼ੂ ਪਾਲਦੇ ਹਨ, ਦੁੱਧ ਵੇਚਦੇ ਹਨ। ਜੇ ਗਾਂ ਦੁੱਧ ਦੇਵੇ ਤਾਂ ਕੰਮ ਦੀ ਹੈ, ਜੇ ਦੁੱਧ ਨਾ ਦੇਵੇ ਤਾਂ ਫਿਰ ਕਿਸੇ ਕੰਮ ਦੀ ਨਹੀਂ, ਵਿਅਰਥ ਹੋ ਜਾਂਦੀ। ਅਗਲੇ ਗਊ ਨੂੰ ਛੱਡ ਦਿੰਦੇ ਹਨ, ਗਾਂ ਨੂੰ ਛੱਡ ਦਿੰਦੇ ਹਨ, ਉਹ ਲੋਕਾਂ ਦੇ ਖੇਤਾਂ ਵਿੱਚ ਮੂੰਹ ਮਾਰਦੀ ਹੈ ਤੇ ਥਾਂ ਥਾਂ ਤੋਂ ਉਸਦੇ
ਡਾਂਗਾਂ ਪੈਂਦੀਆਂ, ਸੋਟੇ ਪੈਂਦੇ ਹਨ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਜ਼ਿਮੀਂਦਾਰ ਫਸਲ ਬੀਜਦਾ ਹੈ ਨਾ, ਬੀਜ ਤਾਂ ਬੀਜ ਦਿੱਤਾ, ਉਹ ਬੀਜ ਪੁੰਗਰ ਵੀ ਪਿਆ, ਪਰ ਜੇ ਉਸ ਨੂੰ ਪਾਣੀ ਨਾ ਮਿਲੇ ਫਸਲ ਨੂੰ, ਤੇ ਉਹ ਛੋਟੀ ਛੋਟੀ ਫਸਲ ਹੋਈ ਹਾਲੇ ਉਹ ਸੁੱਕ ਜਾਏਗੀ, ਕੱਖ ਉਸਦੇ ਸੁੱਕ ਜਾਣਗੇ। ਤੇ ਹੁਣ ਉਹ ਜ਼ਿਮੀਂਦਾਰ ਆਖੇ ਵੀ ਪਾਣੀ ਵੀ ਨਾ ਮਿਲੇ ਤੇ ਮੈਂ ਇਹਨਾਂ ਕੱਖਾਂ ਨੂੰ ਚੁੱਕ ਕੇ ਮੰਡੀ ਦੇ ਵਿੱਚ ਸੁੱਟਾਂ ਤੇ ਮੈਨੂੰ ਕੋਈ ਕੀਮਤ ਮਿਲੇਗੀ? ਕਿਸ ਤਰ੍ਹਾਂ ਮਿਲ ਸਕੇਗੀ? ਪੱਕੀ ਹੋਈ ਫਸਲ ਦੀ ਕੀਮਤ ਮਿਲਦੀ ਹੈ, ਸੁੱਕੇ ਕੱਖਾਂ ਦੀ ਕੋਈ ਕੀਮਤ ਨਹੀਂ ਹੁੰਦੀ। ਪਾਣੀ ਤੋਂ ਬਗੈਰ ਫਸਲ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਦੁੱਧ ਤੋਂ ਬਗੈਰ ਗਾਂ ਦੀ ਕੀਮਤ ਨਹੀਂ, ਪਾਣੀ ਤੋਂ ਬਗੈਰ ਫਸਲ ਦੀ ਕੋਈ ਕੀਮਤ ਨਹੀਂ, ਐ ਇਨਸਾਨ ਨਾਮ ਤੋਂ ਬਗੈਰ ਤੇਰੇ ਸਰੀਰ ਦੀ ਵੀ ਕੋਈ ਕੀਮਤ ਨਹੀਂ। ਮਨੁੱਖਾ ਜੀਵਨ ਦਾ ਤੇਰਾ ਤਾਂ ਹੀ ਲਾਭ ਸੀ ਜੇ ਤੇਰੇ ਵਿੱਚ ਉਹ ਗੁਣ ਹੁੰਦੇ ਜਿਨ੍ਹਾਂ ਗੁਣਾਂ ਕਰਕੇ, ਜੇ ਤੇਰੇ ਵਿੱਚ ਮਨੁੱਖਾਂ ਵਾਲੇ ਗੁਣ ਹੀ ਨਹੀਂ, ਜੇ ਤੇਰੇ ਵਿੱਚ ਬੰਦਿਆਂ ਵਾਲੇ ਕੋਈ ਗੁਣ ਹੀ ਨਹੀਂ, ਤੇ ਫਿਰ ਤੇਰੇ ਵਿੱਚ ਤੇ ਉਹਨਾਂ ਪਸ਼ੂਆਂ ਦੇ ਵਿੱਚ ਕੀ ਫਰਕ ਹੋਇਆ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਫਿਰ ਕੀ ਫਰਕ ਹੋਇਆ ਤੇਰੇ ਵਿੱਚ ਤੇ ਜਾਨਵਰ ਦੇ ਵਿੱਚ? ਪਾਤਸ਼ਾਹ ਕਹਿੰਦੇ ਇਸ ਵਾਸਤੇ ਤੂੰ ਮਹਾਨ ਹੈ ਵੀ ਤੇਰੇ ਵਿੱਚ ਗੁਣ, ਤੈਨੂੰ ਅਕਾਲ ਪੁਰਖ ਨੇ ਬੁੱਧ ਦਿੱਤੀ ਹੈ, ਤੈਨੂੰ ਚੰਗੀ ਮੱਤ ਦਿੱਤੀ, ਤੈਨੂੰ ਦਿਮਾਗ ਦਿੱਤਾ ਹੈ, ਇਸ ਵਾਸਤੇ ਤੂੰ ਮਹਾਨ ਹੈ। ਕੋਈ ਵੀ ਮਨੁੱਖ ਆਪਣੇ ਗੁਣਾਂ ਕਰਕੇ, ਆਪਣੇ ਵਿਚਾਰਾਂ ਕਰਕੇ ਮਹਾਨ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜਿਸ ਤਰ੍ਹਾਂ ਇੱਕ ਆਪਾਂ ਪਾਵਨ ਸ਼ਬਦ ਹੋਰ ਪੜ੍ਹਦੇ ਹਾਂ ਇਸੇ ਹੀ ਪਰਥਾਏ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਪੁੱਤ ਭੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਬਿਹੁਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਜਿਸ ਘਰ ਦੇ ਵਿੱਚ ਕੋਈ ਨਾ ਰਹਿੰਦਾ ਹੋਵੇ ਨਾ, ਭਾਵੇਂ ਜਿੰਨਾ ਮਰਜ਼ੀ ਸੋਹਣਾ ਬੰਗਲਾ ਬਣਾਇਆ ਹੋਵੇ, ਕੋਈ 5-7 ਸਾਲ 10 ਸਾਲ ਉਸ ਘਰ ਦੇ ਵਿੱਚ ਨਾ ਜਾਏ ਤੇ ਉਹ ਬੰਗਲਾ ਖੰਡਰ ਬਣ ਜਾਂਦਾ ਹੈ। ਉਸ ਬੰਗਲੇ ਦੇ ਕੋਲ ਜਾਂਦਿਆਂ ਵੀ ਡਰ ਲੱਗਦਾ ਹੈ। ਪਾਤਸ਼ਾਹ ਕਹਿੰਦੇ ਜਿਸ ਸਰੀਰ ਦੇ ਵਿੱਚ ਪਰਮਾਤਮਾ ਦੇ ਗੁਣ ਨਹੀਂ ਪੈਦਾ ਹੁੰਦੇ, ਜਿਹੜਾ ਸਰੀਰ ਪ੍ਰਾਪਤ ਕਰਕੇ ਮਨੁੱਖਾ ਦੇਹੀ ਪ੍ਰਾਪਤ ਕਰਕੇ ਭਲੇ ਕਰਮ ਨਹੀਂ ਕਰਦਾ, ਜਿੰਨਾ ਸਮਾਂ ਬੀਤਦਾ ਜਾ ਰਿਹਾ ਉਨਾ ਹੀ ਉਹ ਡਰਾਉਣਾ ਬਣਦਾ ਜਾਂਦਾ ਹੈ। ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰੇ ਉਹਨਾਂ ਉਹ ਡਰਾਉਣੇ ਹੋ ਜਾਂਦੇ ਹਨ। ਸਤਿਗੁਰੂ ਜੀ ਸਮਝਾਉਂਦੇ ਨੇ ਤੇਰਾ ਸਮਾਂ ਬੀਤਦਾ ਜਾ ਰਿਹਾ ਹੈ ਜ਼ਿੰਦਗੀ ਦਾ, ਛਿਨ ਛਿਨ ਕਰਕੇ, ਪਲ ਪਲ ਕਰਕੇ, ਦਿਨ ਕਰਕੇ, ਰਾਤ ਕਰਕੇ। ਤੂੰ ਕੁਝ ਤਾਂ ਯਾਦ, ਕੁਝ ਤਾਂ ਤੂੰ ਪਰਮਾਤਮਾ ਨੂੰ ਆਪਣੇ ਚੇਤੇ ਵਿੱਚ ਲਿਆ, ਕੁਝ ਤਾਂ ਤੂੰ ਗੁਰੂ ਦੇ ਉਪਦੇਸ਼ ਦੀ ਕਮਾਈ ਕਰ, ਕੋਈ ਕੋਸ਼ਿਸ਼ ਕਰ ਤਾਂ ਸਹੀ, ਗੁਰੂ ਆਪੇ ਤੇਰੇ ਤੇ ਕਿਰਪਾ ਕਰੇਗਾ। ਕੋਈ ਤੂੰ ਇੱਕ ਕਦਮ ਵਧਾ ਤਾਂ ਸਹੀ, ਗੁਰੂ ਆਪੇ ਤੈਨੂੰ ਅੱਗੋਂ ਹੋ ਕੇ ਤੇਰਾ ਸਹਾਇਕ ਬਣੇਗਾ, ਤੇਰੀ ਮਦਦ ਕਰੇਗਾ। ਤੂੰ ਕੁਝ ਤਾਂ ਅੱਗੇ ਵਧ, ਤੂੰ ਆਪਣੇ ਅੰਦਰ ਇਹ ਤੜਪ ਤਾਂ ਪੈਦਾ ਕਰ ਕਿ ਮੈਂ ਸਿੱਧੇ ਰਸਤੇ ਤੇ ਚੱਲਣਾ ਹੈ, ਆਪੇ ਪਰਮਾਤਮਾ ਮਦਦ ਕਰਦਾ ਹੈ। ਅੱਜ ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ। ਤੇਰੀ ਉਮਰ ਘਟਦੀ ਜਾ ਰਹੀ ਹੈ ਤੇ ਭਲੇ ਕਰਮਾਂ ਤੋਂ ਬਗੈਰ, ਮਨੁੱਖਾਂ ਵਾਲੇ ਬੰਦਿਆਂ ਵਾਲੇ ਗੁਣ ਤੋਂ ਬਗੈਰ, ਜੋ ਮਨੁੱਖਾਂ ਦੇ ਵਿੱਚ ਰੱਬ ਨੇ ਗੁਣ ਭਰੇ ਹਨ, ਉਸ ਤੋਂ ਬਗੈਰ ਤੇਰਾ ਜੀਵਨ ਬਿਰਥਾ ਜਾ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਅੱਗੇ ਪਾਤਸ਼ਾਹ ਕਹਿੰਦੇ ਤਰ ਨਾ ਤੋ ਵਿਖਿਆਨ ਸਿਉ ਖੋਇਓ, ਬਾਲਪਨ ਅਗਿਆਨਾ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਕਿਸ ਤਰ੍ਹਾਂ ਬਿਰਥਾ ਗਿਆ ਤੇਰਾ ਜੀਵਨ। ਕਦੇ ਸੋਚ, ਕਦੇ ਨਿਗਾਹ ਮਾਰ ਆਪਣੀ ਬੀਤ ਚੁੱਕੀ ਜ਼ਿੰਦਗੀ ਵੱਲ। ਸਤਿਗੁਰੂ ਜੀ ਕਹਿੰਦੇ ਤਰ ਨਾਪੋ, ਤਰਨ ਅਵਸਥਾ, ਜਵਾਨੀ ਦੀ ਅਵਸਥਾ, ਵਿਖਿਆਨ ਸਿਉ ਖੋਇਓ। ਹਰ ਇੱਕ ਮਨੁੱਖ ਤੇ ਬਚਪਨ ਵੀ ਆਉਂਦਾ ਹੈ ਤੇ ਜਵਾਨੀ ਵੀ ਆਉਂਦੀ ਹੈ, ਬੁਢੇਪਾ ਵੀ। ਪਰ ਇਹ ਇੱਕ ਵੱਖਰੀ ਗੱਲ ਹੈ ਵੀ ਕੋਈ ਜਿੰਨੇ ਕੁ ਸਵਾਸ ਕੋਈ ਲੈ ਕੇ ਆਇਆ, ਕੋਈ ਬਚਪਨ ਵਿੱਚ ਚਲਾ ਜਾਂਦਾ ਹੈ ਉਸਨੂੰ ਜਵਾਨੀ ਨਹੀਂ ਮਿਲੀ, ਕੋਈ ਜਵਾਨੀ ਵਿੱਚ ਚਲੇ ਗਿਆ ਉਸਨੂੰ ਬੁਢੇਪਾ ਨਹੀਂ ਮਿਲਿਆ। ਜ਼ਿਆਦਾਤਰ ਆਪਾਂ ਦੇਖਾਂਗੇ ਬਚਪਨ ਵੀ ਆਇਆ, ਜਵਾਨੀ ਵੀ ਆਈ ਤੇ ਬੁਢੇਪਾ ਵੀ ਆਇਆ, ਜਿਸ ਤਰ੍ਹਾਂ ਸਤਿਗੁਰੂ ਜੀ ਅੱਜ ਬਚਨ ਕਰ ਰਹੇ ਹਨ।
ਤੇ ਜਵਾਨੀ ਦੀ ਅਵਸਥਾ ਐਸੀ ਹੁੰਦੀ ਹੈ ਜਦੋਂ ਇਨਸਾਨ ਦੇ ਪਾਸ ਬਲ ਬਹੁਤ ਹੈ, ਤਾਕਤ ਬਹੁਤ ਹੈ, ਇਸ ਦੇ ਪਾਸ ਜੋਸ਼ ਹੈ ਪਰ ਹੋਸ਼ ਦੀ ਕਮੀ ਹੈ। ਜਿਸ ਕਰਕੇ ਆਪਾਂ ਦੇਖਾਂਗੇ ਹਰ ਇੱਕ ਮਾਂ ਪਿਓ ਜਿਨ੍ਹਾਂ ਦੇ ਬੱਚੇ ਜਵਾਨ ਹੁੰਦੇ ਹਨ ਨਾ, ਉਹਨਾਂ ਦਾ ਬਹੁਤ ਖਿਆਲ ਰੱਖਦੇ ਹਨ ਵੀ ਕਿਤੇ ਕੁਰਾਹੇ ਨਾ ਪੈ ਜਾਣ। ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਹਨ ਨਾ, ਉਹ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਹਨ। ਵੈਸੇ ਤਾਂ ਚਲੋ ਹਰ ਇੱਕ ਮਨੁੱਖ ਨੂੰ ਆਪੋ ਆਪਣੀ ਜ਼ਿੰਦਗੀ ਆਪੋ ਆਪਣੇ ਢੰਗ ਦੇ ਨਾਲ ਜੀਣ ਦੀ ਆਜ਼ਾਦੀ ਹੈ, ਪਰ ਮਨੁੱਖ ਦੀ ਆਜ਼ਾਦੀ ਦੀ ਵੀ ਕੋਈ ਸੀਮਾ ਹੈ, ਕੋਈ ਹੱਦ ਹੈ। ਹੁਣ ਇਹ ਥੋੜੀ ਵੀ ਆਪਾਂ ਨੂੰ ਬੋਲਣ ਦੀ ਆਜ਼ਾਦੀ ਹੈ ਆਪਾਂ ਕਿਸੇ ਬੰਦੇ ਦੇ ਖਿਲਾਫ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲੀ ਜਾਈਏ। ਜੇ ਆਪਾਂ ਨੂੰ ਖਾਣ ਪੀਣ ਦੀ ਆਜ਼ਾਦੀ ਹੈ, ਅਸੀਂ ਆਪਣਾ ਸਰੀਰ ਦੇਖਾਂਗੇ ਵੀ ਕਿਹੜੀ ਚੀਜ਼ ਸਾਨੂੰ ਬੈਨੀਫਿਟ ਹੈ, ਕਿਹੜੀ ਚੀਜ਼ ਸਾਨੂੰ ਨੁਕਸਾਨਦਾਇਕ ਹੈ, ਅਸੀਂ ਉਹ ਵਿਚਾਰ ਕੇ ਖਾਵਾਂ ਪੀਵਾਂਗੇ। ਕੋਈ ਆਜ਼ਾਦੀ ਦੀ ਸੀਮਾ ਹੈ, ਕੋਈ ਦਾਇਰਾ ਹੈ। ਹੁਣ ਜਦੋਂ ਇਨਸਾਨ ਜਵਾਨੀ ਦੇ ਵਿੱਚ ਹੈ, ਉਸ ਦੇ ਥਿੜਕਣ ਦਾ ਬਹੁਤ ਵੱਡਾ ਇੱਕ ਖਤਰਾ ਹੁੰਦਾ ਹੈ। ਇੱਕ ਗੱਲ ਯਾਦ ਰੱਖਿਓ, ਜਿਹੜਾ ਇਨਸਾਨ ਬਚਪਨ ਦੇ ਵਿੱਚ ਤਾਂ ਚਲੋ ਉਹ ਬਾਲਪਨ ਦੇ ਵਿੱਚ ਨਿਕਲ ਗਿਆ ਸਮਾਂ, ਜਵਾਨੀ ਦੇ ਵਿੱਚ ਜਿਹੜਾ ਇਨਸਾਨ ਸੰਭਲ ਜਾਂਦਾ ਹੈ ਨਾ, ਅੱਜ ਆਪਾਂ ਦੁਨੀਆ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਇਨਸਾਨਾਂ ਨੂੰ ਦੇਖਦੇ ਹਨ। ਉਹ ਇਨਸਾਨਾਂ ਨੇ ਆਪਣੀ ਜਵਾਨੀ ਨੂੰ ਸੰਭਾਲਿਆ ਹੈ। ਇਹ ਨਹੀਂ ਕਿ ਉਹਨਾਂ ਨੇ ਜਵਾਨੀ ਦੇ ਵਿੱਚ ਵਿਖਿਆ ਦੇ ਵਿੱਚ ਵਿਕਾਰ ਭੋਗੇ ਤੇ ਬਸ ਗੱਲ ਖਤਮ। ਨਹੀਂ, ਅੱਜ ਉਹਨਾਂ ਇਨਸਾਨਾਂ ਦਾ ਨਾਮ ਹੈ, ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ। ਭਾਵੇਂ ਕਈ ਇਨਸਾਨ ਐਸੇ ਮਹਾਨ ਇਨਸਾਨ ਚਲੇ ਵੀ ਗਏ ਹੋਣ, ਆਪਾਂ ਫਿਰ ਵੀ ਉਹਨਾਂ ਨੂੰ ਚੇਤੇ ਕਰਦੇ ਤੇ ਉਹਨਾਂ ਦੇ ਜੀਵਨ ਪੜ੍ਹ ਕੇ ਦੇਖ ਲਓ ਕਿੰਨੀ ਜੀਵਨ ਦੇ ਵਿੱਚ ਘਾਲਣਾ ਘਾਲੀ ਉਹਨਾਂ ਨੇ। ਆ ਕੁਝ ਦਿਨ ਪਿੱਛੇ ਹੋਏ ਹਨ ਸਿੱਖ ਮਿਸ਼ਨਰੀ ਦੇ ਬਹੁਤ ਹੀ, ਜਿਨ੍ਹਾਂ ਨੂੰ ਕਹਿ ਲਈਏ ਹੋਣਹਾਰ, ਬਹੁਤ ਹੀ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਸੀ, ਜਿਨ੍ਹਾਂ ਨੇ ਕਈ ਇਨਸਾਨਾਂ ਦੇ ਜੀਵਨ ਬਣਾਏ, ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਦੀ ਖਾਤਰ ਆਪਣਾ ਪੂਰਾ ਜੀਵਨ ਲਾ ਦਿੱਤਾ। ਪ੍ਰੋਫੈਸਰ ਹਰਭਜਨ ਸਿੰਘ ਜੀ, ਉਹ ਪਿਛਲੇ ਦਿਨੀ ਚਲਾਣਾ ਕਰ ਗਏ ਤੇ ਕਦੇ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੋ ਵੀ ਉਹਨਾਂ ਨੇ ਕਿੰਨੇ ਘੰਟੇ ਦਿਹਾੜੀ ਵਿੱਚੋਂ 24 ਘੰਟਿਆਂ ਦੇ ਵਿੱਚੋਂ 18 ਘੰਟੇ ਵੀ ਸਿੱਖ ਧਰਮ ਦੀ ਸੇਵਾ ਵਾਸਤੇ ਦਿੱਤੇ ਹਨ। ਤੇ ਕਦੇ ਉਹਨਾਂ ਦਾ ਜੀਵਨ ਪੜ੍ਹੋ, ਜਵਾਨੀ ਦਾ ਵੀ ਉਹਨਾਂ ਦਾ, ਜਦੋਂ ਆਪਾਂ ਜੀਵਨ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਜਵਾਨੀ ਵਿੱਚ ਵੀ ਕਿੰਨੀ ਘਾਲੀ ਹੈ। ਅੱਜ ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਜਦੋਂ ਉਹਨਾਂ ਨੂੰ ਯਾਦ ਕਰਦੇ ਹਨ ਤੇ ਦਿਲੋਂ ਨਮਸਕਾਰ ਕਰਦੇ ਹਨ। ਉਹਨਾਂ ਦੀ ਜ਼ਿੰਦਗੀ ਦੀ ਘਾਲਣਾ ਹੈ। ਉਹਨਾਂ ਨੇ ਜਵਾਨੀ ਦੇ ਵਿੱਚ ਆਪਣੇ ਆਪ ਨੂੰ ਥਿੜਕਣ ਨਹੀਂ ਦਿੱਤਾ, ਆਪਣੇ ਆਪ ਨੂੰ ਟਿਕਾ ਕੇ ਰੱਖਿਆ, ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਕੇ ਰਹੇ ਤੇ ਅੱਜ ਐਸੀ ਮਹਾਨ ਸ਼ਖਸੀਅਤ ਬਣ ਨਿਬੜੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਇਨਸਾਨ ਵੇਖ ਜਵਾਨੀ ਦੇ ਵਿੱਚ ਥਿੜਕਣ ਦਾ ਸਭ ਤੋਂ ਵੱਧ ਖਤਰਾ ਹੈ। ਤਰ ਨਾਪੋ ਵਿਖਿਆਨ ਸਿਉ ਕੋਇ, ਤੂੰ ਆਪਣੇ ਅੰਦਰ ਝਾਤ ਮਾਰ ਕੇ ਤਾਂ ਵੇਖ ਵੀ ਤੂੰ ਕਿੱਥੇ ਖਲੋਤਾ ਹੈ। ਤੇਰੇ ਤੇ ਵੀ ਜਵਾਨੀ, ਜੇ ਅੱਜ ਕੋਈ ਬਜ਼ੁਰਗੀ ਵਿੱਚ ਹੈ, ਉਹ ਸੋਚੇ ਕਿ ਮੇਰੇ ਤੇ ਵੀ ਜਵਾਨੀ ਆਈ, ਮੈਂ ਕਿਹੋ ਜਿਹੇ ਕਰਮ ਕੀਤੇ ਜਵਾਨੀ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਬਾਦਪਨ ਅਗਿਆਨਾ, ਜਿਹੜਾ ਬਚਪਨ ਹੈ ਉਹ ਤਾਂ ਅਣਜਾਣਪੁਣੇ ਦੇ ਵਿੱਚ ਹੀ ਲੰਘ ਗਿਆ। ਉਹ ਤਾਂ ਤੈਨੂੰ ਸਾਰੇ ਸਮਝਾਉਂਦੇ ਨੇ, ਇਉਂ ਬੈਠਣਾ ਹੈ, ਇਉਂ ਖਲੋਣਾ ਹੈ, ਆ ਸਕੂਲ ਵਿੱਚ ਜਾਣਾ ਹੈ, ਇਹ ਚੀਜ਼ਾਂ ਖਾਣੀਆਂ ਹਨ, ਇਹ ਨਹੀਂ ਖਾਣੀਆਂ, ਜਾਂ ਇਹੋ ਜਿਹੀ ਸੰਗਤ ਵਿੱਚ ਬੈਠਣਾ, ਆਹ ਸੰਗਤ ਵਿੱਚ ਨਹੀਂ ਬੈਠਣਾ। ਇਸ ਤਰ੍ਹਾਂ ਸਮਝਾਉਂਦੇ ਹਨ, ਤੇਰਾ ਬਚਪਨ ਨਿਕਲ ਗਿਆ। ਤੇ ਸਤਿਗੁਰੂ ਜੀ ਕਹਿੰਦੇ ਕਮਾਲ ਦੀ ਗੱਲ, ਬਿਰਧ ਭਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ।
ਪਾਤਸ਼ਾਹ ਕਹਿੰਦੇ ਕਈਆਂ ਤੇ ਬਜ਼ੁਰਗੀ ਆ ਗਈ, ਕਈਆਂ ਤੇ ਬੁਢੇਪਾ ਆ ਗਿਆ, ਉਹਨਾਂ ਦਾ ਬਚਪਨ ਵੀ ਲੰਘ ਗਿਆ, ਜਵਾਨੀ ਵੀ ਲੰਘ ਗਈ ਤੇ ਬੁਢੇਪਾ ਆ ਗਿਆ। ਜਿਸ ਉਮਰ ਨੂੰ ਕਿਹਾ ਜਾਂਦਾ ਹੈ ਨਾ ਵੀ ਇਹ ਸਿਆਣਾ ਇਨਸਾਨ ਹੈ। ਆਪਣੇ ਇੰਡੀਆ ਦੇ ਵਿੱਚ ਬਾਬਾ ਸ਼ਬਦ ਵਰਤਿਆ ਜਾਂਦਾ, ਜਿਹੜਾ ਬਜ਼ੁਰਗ ਹੋ ਜਾਏ ਨਾ ਉਸ ਨੂੰ ਬਾਬਾ ਕਹਿੰਦੇ ਹਨ। ਕਿਉਂ ਬਾਬਾ ਕਿਹਾ ਜਾਂਦਾ ਹੈ? ਬਾਬਾ ਕਿਹਾ ਜਾਂਦਾ ਹੈ ਸਿਆਣੇ ਇਨਸਾਨ, ਸਮਝਦਾਰ ਨੂੰ, ਇਸ ਦੇ ਪਾਸ ਜ਼ਿੰਦਗੀ ਦਾ ਤਜਰਬਾ ਹੈ। ਸਾਹਿਬਜ਼ਾਦਿਆਂ ਦੀ ਉਮਰ ਕੀ ਸੀ? 7 ਤੇ 9 ਸਾਲ ਦੀ ਜਦੋਂ ਸ਼ਹਾਦਤਾਂ ਪਾਈਆਂ, ਉਹਨਾਂ ਨੂੰ ਵੀ ਆਪਾਂ ਬਾਬਾ ਸ਼ਬਦ ਕਹਿੰਦੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਉਹ ਬਜ਼ੁਰਗੀ ਵਾਲੀ ਸਿਆਣਪ ਸੀ। ਤੇ ਕਈ ਬਜ਼ੁਰਗ ਹੋ ਕੇ ਵੀ ਜਿਹੜੇ ਉਹ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋਣਗੇ। ਬਜ਼ੁਰਗੀ ਸਿਆਣਪ ਉਮਰ ਦੇ ਨਾਲ ਨਹੀਂ ਹੁੰਦੀ। ਕਈ ਵਾਰੀ ਬੱਚੇ ਵੀ ਬਹੁਤ ਸਿਆਣੇ ਹੁੰਦੇ ਹਨ, ਕਈ ਵਾਰੀ ਬਜ਼ੁਰਗ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਹਨ। ਪਾਤਸ਼ਾਹ ਕਹਿੰਦੇ ਬੁਢੇਪਾ ਆ ਗਿਆ ਤੇਰੇ ਤੇ, ਹਾਲੇ ਵੀ ਤੈਨੂੰ ਸਮਝ ਨਹੀਂ ਆਈ। ਜਿਸ ਤਰ੍ਹਾਂ ਇੱਕ ਸ਼ਲੋਕ ਆਪਾਂ ਜਦੋਂ ਭੋਗ ਦੇ ਸ਼ਲੋਕ ਚੱਲਦੇ ਹਨ ਨਾ, ਆਰੰਭ ਹੁੰਦੇ ਹਨ, ਉਹਨਾਂ ਸ਼ਲੋਕਾਂ ਵਿੱਚ ਇੱਕ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਜਿਸ ਵਿੱਚ ਸਤਿਗੁਰੂ ਜੀ ਕਹਿੰਦੇ ਵੀ ਅਵਸਥਾ ਦੇਖੋ ਬੰਦੇ ਦੀ ਆਹ ਬਣ ਗਈ ਤੇ ਸਮਝ ਇਸ ਨੂੰ ਹਾਲੇ ਤੱਕ ਨਹੀਂ ਆਈ। ਕਿਹੜੀ ਅਵਸਥਾ? ਪਾਤਸ਼ਾਹ ਕਹਿੰਦੇ ਸਿਰ ਕੰਬਿਓ, ਸਿਰ ਕੰਬਦਾ ਹੈ, ਬੁਢੇਪੇ ਦੀ ਅਵਸਥਾ ਹੈ। ਬੁਢੇਪਾ ਕਈ ਵਾਰੀ ਇੰਨਾ ਜ਼ਿਆਦਾ ਹੋ ਗਿਆ ਨਾ, ਸਿਰ ਕੰਬਣ ਲੱਗ ਗਿਆ। ਸਿਰ ਕੰਬਿਓ ਪੱਗ ਡਗਮਗੇ। ਜਵਾਨੀ ਵਿੱਚ ਬੰਦਾ ਇੱਕ ਲੱਤ ਦੇ ਭਾਰ ਖੜ ਜਾਂਦਾ ਹੈ, ਇੱਕ ਲੱਤ ਤੇ ਤੁਰਨ ਨੂੰ ਕੋਈ ਇੱਕ ਪੈਰ ਦੇ ਨਾਲ ਤੇ ਕਈ ਕਿੰਨਾ ਪੈਂਡਾ ਤੈਅ ਕਰ ਜਾਏਗਾ। ਤੇ ਬੁਢੇਪਾ ਆ ਗਿਆ, ਪਾਤਸ਼ਾਹ ਕਹਿੰਦੇ ਦੋਨਾਂ ਪੈਰਾਂ ਦੇ ਨਾਲ ਵੀ ਸਿੱਧਾ ਨਹੀਂ ਤੁਰਿਆ ਜਾਂਦਾ, ਕਦਮ ਡਗਮਗਾਉਂਦੇ ਹਨ। ਸਿਰ ਕੰਬਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਜਿਹੜੀਆਂ ਅੱਖਾਂ ਦੇ ਨਾਲ ਇਹ ਦੂਰ ਦੂਰ ਤੱਕ ਵੇਖ ਲੈਂਦਾ ਸੀ, ਪਹਿਚਾਣ ਲੈਂਦਾ ਸੀ ਅਗਲੇ ਨੂੰ, ਇਹ ਫਲਾਣਾ ਇਨਸਾਨ ਆ ਰਿਹਾ, ਦੂਰ ਦੂਰ ਤੱਕ ਦੇਖ ਸਕਦਾ ਸੀ। ਅੱਜ ਅਵਸਥਾ ਐਸੀ ਹੋ ਗਈ ਬਜ਼ੁਰਗੀ ਦੀ, ਉਹ ਅੱਖਾਂ ਜਵਾਬ ਦੇ ਗਈਆਂ। ਇਸ ਦੇ ਪਾਸ ਕੋਈ ਇਨਸਾਨ ਆ ਕੇ ਖੜ ਜੇ, ਉਸ ਨੂੰ ਵੀ ਪਹਿਚਾਨਣ ਵਾਸਤੇ ਇਹ ਕਿੰਨਾ ਸਮਾਂ ਹੁੰਦਾ। ਫਿਰ ਆਖਰਕਾਰ ਇਸ ਨੂੰ ਦੱਸਣਾ ਪੈਂਦਾ ਹੈ ਕਿ ਇਹ ਫਲਾਣਾ ਇਨਸਾਨ ਹੈ। ਅੱਖਾਂ ਦੀ ਜੋਤ ਮੱਧਮ ਪੈ ਗਈ। ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ। ਪਾਤਸ਼ਾਹ ਕਹਿੰਦੇ ਆਹ ਅਵਸਥਾ ਬਣ ਗਈ ਬੰਦੇ ਦੀ। ਤਉ ਨ ਹਰ ਰਸ ਲੀਨ, ਹਾਲੇ ਵੀ ਇਹ ਪਰਮਾਤਮਾ ਦੇ ਨਾਮ ਦੇ ਰਸ ਨੂੰ ਚੱਖਣ ਵਾਸਤੇ ਤਿਆਰ ਨੇ। ਇਸ ਨੂੰ ਬਾਣੀ ਵਿੱਚੋਂ ਰਸ ਨਹੀਂ ਆ ਰਿਹਾ, ਇਸ ਨੂੰ ਨਾਮ ਦੇ ਵਿੱਚੋਂ ਰਸ ਪ੍ਰਾਪਤ ਨਹੀਂ ਹੋ ਰਿਹਾ। ਆਹ ਅਵਸਥਾ ਹੈ ਬੰਦੇ ਦੀ। ਸਤਿਗੁਰੂ ਜੀ ਕਹਿੰਦੇ ਹੋ ਇਨਸਾਨ ਤੋਂ ਕਿਹੜੀ ਖੋਟੀ ਮੱਤ ਧਾਰਨ ਕਰ ਲਈ ਵੀ ਤੈਨੂੰ ਸਮਝ ਹੀ ਨਹੀਂ ਪੈ ਰਹੀ। ਕਬੀਰ ਸਾਹਿਬ ਜੀ ਕਹਿੰਦੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਤੇ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਕਰਤੇ ਜਨਮ ਗਇਓ, ਸਾਇਰ ਸੋਭ ਭੁਜੰਗ ਗਲਿਓ। ਉਹੀ ਤੇਰਾ ਸਰੀਰ ਹੈ, ਉਹੀ ਤੇਰੀਆਂ ਬਾਹਾਂ ਹਨ, ਜਿਨ੍ਹਾਂ ਬਾਹਾਂ ਦੇ ਨਾਲ ਤੂੰ ਮਣਾ ਨਹੀਂ ਵਜਨ ਚੁੱਕ ਲੈਂਦਾ ਸੀ। ਅੱਜ ਉਹਨਾਂ ਬਾਹਾਂ ਦੇ ਨਾਲ ਉਹਨਾਂ ਹੱਥ, ਉਹੀ ਹੱਥ ਹਨ ਤੇਰੇ, ਬੁਰਕੀ ਤੋੜ ਕੇ ਰੋਟੀ ਦੇ ਨਾਲੋਂ ਮੂੰਹ ਦੇ ਵਿੱਚ ਨਹੀਂ ਪਾ ਸਕਦਾ। ਐਸਾ ਵੀ ਸਮਾਂ ਆ ਜਾਂਦਾ ਬੰਦੇ ਕੋਲ, ਇੱਕ ਬੁਰਕੀ ਨਹੀਂ ਤੋੜ ਕੇ ਪਾ ਸਕਦਾ ਮੂੰਹ ਵਿੱਚ। ਜਿਸ ਨੂੰ ਸਤਿਗੁਰੂ ਨੇ ਕਿਹਾ ਨਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਨ। ਅਵਸਥਾ ਇਹ ਬਣ ਗਈ ਬੰਦੇ ਦੀ। ਇੰਨਾ ਬਜ਼ੁਰਗ ਹੋ ਗਿਆ ਵੀ ਉੱਠਿਆ ਨਹੀਂ ਜਾਂਦਾ, ਬੈਠਿਆ ਨਹੀਂ ਜਾਂਦਾ। ਘਰ ਵਾਲੇ ਰਿਸ਼ਤੇਦਾਰ ਸਹਾਰਾ ਦੇ ਕੇ ਬੈਠਾਉਂਦੇ ਹਨ, ਇਸ ਤੋਂ ਬੁਰਕੀ ਤੋੜ ਕੇ ਮੂੰਹ ਵਿੱਚ ਨਹੀਂ ਪਾਈ ਜਾਂਦੀ। ਪੋਤੇ ਪੋਤੀਆਂ ਹੁੰਦੇ ਹਨ ਤੇ ਤੋੜ ਕੇ ਬੁਰਕੀ ਮੂੰਹ ਵਿੱਚ ਪਾਉਂਦੇ ਹਨ। ਸਮਝ ਹਾਲੇ ਵੀ ਨਹੀਂ ਉਸ ਨੂੰ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਇਹ ਕਿਸ ਤਰ੍ਹਾਂ ਪ੍ਰਕਿਰਿਆ ਚੱਲਦੀ ਇਨਸਾਨ ਦੀ ਬਚਪਨ ਤੋਂ ਲੈ ਕੇ ਲਾਸਟ ਤੱਕ। ਦੇਖਣ ਨੂੰ ਤਾਂ ਇਨਸਾਨ ਬੜਾ ਸੋਹਣਾ ਲੱਗਦਾ ਹੈ, ਪਰ ਕੀ ਇਹਦੇ ਅੰਦਰ ਵੀ ਉਹ ਸੁਹਾਪਣ ਆਇਆ ਕਿ ਨਹੀਂ?
इस दी मत भी सोहनी हुई कि नहीं। ये जगत बड़ा सोहना लगता है। पातशाह कहते तो धुएं का पहाड़ है, धुएं का जिस तरह धुआं टिकिया नहीं ना रहिंदा, कदे देखिए तो पहाड़ प्रतीत होता है, देखद्या देखदे ही खिंड जाता है। इस तरह ही जगत है। सतगुरु जी कहते 10 बाल तन 20 रमन 30 का सुंदर कहावै 40 सी तुर होए। 10 साल की उम्र तक बचपन, 20 की उम्र तक तू जवान होया, तेरे अंदर कई प्रकार दीयां कामनावां चलियां। 30 सालों का हो गया तो अपने आप को सुंदर बनने का यत्न करता है। 40 सी तुर होए, 40 सालों तक भर जवानी दे विच आ गया। 85 पग खिसै। सतगुरु कहते गुरु नानक साहब जी 50 साल तो बाद ये पिछे नूं मुड़ना शुरू हो गया। 50 साल तो बाद हुण जिन्ने शरीर की बनकर बननी सी बन गई, हुण अगाह नहीं वधदा शरीर, ये पिछे नूं खिसकना शुरू हो गया। 85 पग खिसै ते पातशाह कहते 60 के बुढ़ेपा है। 60 सालों के विच इस ते जड़ आ गई, बुढ़ेपा आ गया, बजुर्गी आ गई। 60 के बुढ़ेपा आवे 70 का मतहीन। 70 का होया तो आपां आम करके सुनते हैं ना, कहते भी आ बापू नूं की होया, कहते सतरिया बतरिया गया है। भाव कि इसनूं कोई चेता नहीं कुछ रहिंदा, जिहड़ी गल कोई हुंदी है ये भुल जाता है जल्दी। 70 का मतहीन, मत दे विच भी फर्क पै गया, यादाश्त भी भुलनी शुरू हो गई। 80 का व्यवहार ना पावे। 80 सालों का हो गया, अपने आप को भी संभाल नहीं सकता, कोई काम कार करन जोगा नहीं। नवे का से जासनी 90 साल का हो गया तो सेजा पे ही पै गया, बस मंजे ते डिग पिया, हुण नहीं उठिया जाता। नवे का से जासनी मूल ना जाने आप बल, अपना वजन चुकन तो भी असमर्थ हो गया। ढंडोलम ढूंढम डिठ मैं नानक जग धूए का धवल हा। पातशाह कहते जगत ऐसा है। अज सतगुरु जी कहते तर नापो विख्यान स्यों खोया, बाल बन ज्ञाना बिरध भयो अज हूं नहीं समझ। बुढ़ा हो गया अजे भी समझ नहीं आई। कौन को मत रुझाना, ए बंदे तू केड़ी माड़ी मत भैड़ी मत धारण की हुई है, उस दे विच उलझिया फिरदा है, हाले भी तेनों समझ नहीं आ रही गुरु के उपदेश की। मानस जन्म दियो जे ठाकुर, सो तैं क्यों बिसराए। जिस मालक वाहिगुरु जी ने तेन मनुखा देही दिती, तू उस नूं क्यों भुलाया होया है। मुकत होत नर जाकै सिमरै, निमख न तां को गायो। बाकी जतन बथेरे कीते, तेनों कितों टिका कितों भी शांति प्राप्त नहीं हुई। तू विख्या दे विच विकारां दे विच तड़पदा रहा, तेनों कितों भी बंधना तो छुटकारा ना मिलिया। पातशाह कहते मुकत होत नर जाकै सिमरे, जिस परमात्मा का सिमरन करन नाल तेन बंधना तो छुटकारा मिलना सी, निमक ना ताको गाए, उसनों तू एक पल एक निमक अख झमकण जिन्ना समा भी याद नहीं कीता। माया को मद कहाँ करत है, संग न काहू जाई। सतगुरु जी कहते जे तेरे को 4 टके आ गए ना, कोई 4 पैसे आ गए तो तू इन्ना हंकार ना कर। ये माया ना कोई लैके आया है संसार ते ना ही कोई लैके जाता है। ना को लै आयो ये धन, ना को लै जात, रावण ते अदक छत्रपत खिन में गए गिरा। एडे एडे बड़े बादशाह सम्राट आए, वो भी चले गए छड़ के सब कुछ, ते तू काहदा धन दा मान करना। छड़ दे सतगुरु जी कहते मान करना। नानक कहत चेत चिंता मन होए है अंत सहाई। जिस परमात्मा ने तेरी अंत वेले सहायता करनी है, जिस सिमरन ने तेनू बचाउना है, जय मात पिता सुत मीत ना भाई मन, उहा नाम तेरा संग सहाई। उस नाम दे नाल जुड़िया कर, साध संगत विच बैठ के जपिया कर सतनाम श्री वाहिगुरू। अज गुरु तेग बहादुर साहब महाराज जी कहते नानक तेनू समझा रहा है। नानक कहत चेत चिंता मन,
ਚਿੰਤਾ ਮਨ ਤੋਂ ਭਾਵ ਸਾਰੀਆਂ ਚਿੰਤਾਵਾਂ ਨੂੰ ਮਿਟਾਉਣ ਵਾਲਾ ਪਰਮਾਤਮਾ ਹੋਏ ਹੈ ਅੰਤ ਸਹਾਈ। ਉਹ ਤੇਰੀ ਸਹਾਇਤਾ ਕਰੇਗਾ। ਪਾਤਸ਼ਾਹ ਕਿਰਪਾ ਕਰਨ ਕਿਤੇ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ, ਅਸੀਂ ਵੀ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਸਤਿਗੁਰੂ ਜੀ ਸਭ ਤੇ ਕਿਰਪਾ ਕਰਨ। ਇੰਨੀ ਕੁ ਦਾਸ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਓ ਹਜ਼ੂਰੀ ਰੱਖ ਲਾਗੀ ਜਿੱਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਦਾਸ